गुरु प्यारे साध संगत जी, प्यार से फतेह बुलाओ। वाहिगुरु जी का खालसा, वाहिगुरु जी की फतेह। अकाल पुरख ਦੇ ਸਿਵਲ ਸਲਾਹ ਦੇ ਪ੍ਰੋਗਰਾਮ ਇੱਕ ਓਂਕਾਰ ਵਿੱਚ ਸਾਧ ਸੰਗਤ ਜੀ ਆਪ ਜੀ ਦਾ ਸਵਾਗਤ ਹੈ। ਸਾਧ ਸੰਗਤ ਜੀ, ਜਦ ਵੀ ਦੋ ਗੁਰਸਿੱਖ ਵਿਆਹ ਦੇ ਬੰਧਨ ਵਿੱਚ ਬੰਦੇ ਨੇ ਤਾਂ ਅਸੀਂ ਦੇਖਨੇ ਹਾਂ ਕਿ ਸੂਹੀ ਰਾਗ ਵਿੱਚ ਲਾਵਾਂ ਦੀ ਬਾਣੀ ਪੜੀ ਜਾਂਦੀ ਹੈ। ਇਸ ਲਾਵਾਂ ਦੀ ਬਾਣੀ ਨੂੰ ਪੜ੍ਹਦਿਆਂ ਹੋਇਆਂ, ਸ਼ਰਵਣ ਕਰਦਿਆਂ ਹੋਇਆਂ ਹੀ ਦੋ ਜਿਹੜੇ ਸਰੀਰ ਹੁੰਦੇ ਨੇ ਉਹ ਇੱਕਮਿਤ ਹੋ ਜਾਂਦੇ ਨੇ। ਤੇ ਇਹ ਲਾਵਾਂ ਦੀ ਬਾਣੀ ਅਸਲ ਵਿੱਚ ਸਾਨੂੰ ਕੀ ਸੇਧ ਦਿੰਦੀ ਹੈ? ਕਿ ਇਹ ਸਿਰਫ ਵਿਆਹ ਦੇ ਪਰਪਸ ਨੂੰ ਲੈ ਕੇ ਉਚਾਰੀ ਗਈ ਹੈ ਜਾਂ ਇਸ ਦਾ ਸੰਬੰਧ ਸਾਡੀ ਆਤਮਾ ਨਾਲ ਜਾਂ ਪਰਮਾਤਮਾ ਤੇ ਆਤਮਾ ਦੇ ਮਿਲਣ ਨਾਲ ਜਾਂ ਪਰਮਾਤਮਾ ਜਾਂ ਸੁਰਤ ਦੇ ਮਿਲਣ ਨਾਲ ਜੁੜਿਆ ਹੋਇਆ ਹੈ? ਅੱਜ ਦੀ ਧਰਮ ਵਿਚਾਰ ਵਿੱਚ ਅਸੀਂ ਇਸੇ ਤੇ ਵਿਚਾਰ ਕਰਾਂਗੇ। ਤੇ ਸਾਡੇ ਨਾਲ ਅੱਜ ਦੇ ਇੱਕ ਓਂਕਾਰ ਦੇ ਸਫ਼ਰ ਵਿੱਚ ਹਮ ਸਫਲ ਬਣਨ ਵਾਸਤੇ ਮੌਜੂਦ ਨੇ ਬੀਬੀ ਜਸਵੀਰ ਕੌਰ ਜੀ, ਜਿਹੜੇ ਗੁਰਮਤਿ ਪ੍ਰਚਾਰਕ ਵਜੋਂ ਆਪਣੀ ਸੇਵਾ ਨਿਭਾ ਰਹੇ ਨੇ। ਜਸਵੀਰ ਕੌਰ ਜੀ, ਤੁਹਾਡਾ ਇੱਕ ਓਂਕਾਰ ਵਿੱਚ ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਆਓ ਸਾਧ ਸੰਗਤ ਜੀ, ਹੁਣ ਸੂਹੀ ਰਾਗ ਵਿੱਚ ਜਿਹੜੀ ਬਾਣੀ ਦਰਜ ਹੈ ਲਾਵਾਂ ਦੀ, ਉਸੇ ਤੇ ਅੱਜ ਆਪਣੀ ਧਰਮ ਵਿਚਾਰ ਸ਼ੁਰੂ ਕਰਨੇ ਹਾਂ। ਤੇ ਜਸਵੀਰ ਕੌਰ ਜੀ, ਜਿਸ ਤਰ੍ਹਾਂ ਅੱਜ ਅਸੀਂ ਆਪਣਾ ਵਿਸ਼ਾ ਲਿਆ ਹੈ ਲਾਵਾਂ ਦੀ ਬਾਣੀ, ਸਭ ਤੋਂ ਪਹਿਲਾਂ ਤੇ ਲਾਵਾਂ ਦੇ ਆਖਰੀ ਅਰਥ ਤੋਂ ਸ਼ੁਰੂ ਕਰਨੇ ਹਾਂ ਕਿ ਲਾਵਾਂ ਤੋਂ ਆਖਿਰ ਭਾਵ ਕੀ ਹੈ? ਹਾਂਜੀ, ਜਿਵੇਂ ਅਸੀਂ ਜਾਣਦੇ ਹਾਂ ਕਿ ਲਾਵਾਂ ਵਿਆਹ ਦੇ ਸਮੇਂ ਉਹ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਰਿਕਰਮਾ ਕਰਦੇ ਨੇ ਬੱਚੇ, ਉਹ ਫੇਰੇ ਲੈਂਦੇ ਹੋਏ, ਉਹਨੂੰ ਅਸੀਂ ਕਹਿੰਦੇ ਹਾਂ, ਉਸ ਪਾਠ ਨੂੰ ਅਸੀਂ ਕਹਿੰਦੇ ਹਾਂ ਲਾਵਾਂ ਲੈਣਾ। ਤੇ ਇਹਨਾਂ ਦੇ ਬਾਅਦ ਅਸੀਂ ਦੇਖਦੇ ਹਾਂ ਕਿ ਜਦੋਂ ਉਹਨਾਂ ਬੱਚਾ ਬੱਚੀ ਦੀ ਲਾਵਾਂ ਹੋ ਜਾਂਦੀਆਂ ਨੇ ਤੇ ਉਹ ਪਤੀ ਪਤਨੀ ਦੇ ਸੰਬੰਧ ਵਿੱਚ ਜੁੜ ਜਾਂਦੇ ਨੇ। ਤੇ ਨਾਲ ਦੇ ਨਾਲ ਅਸੀਂ ਦੇਖਦੇ ਹਾਂ ਕਿ ਘਰ ਪਰਿਵਾਰ ਸਮਾਜ ਜਿਹੜਾ ਹੈ, ਉਹਨਾਂ ਬੱਚਿਆਂ ਨੂੰ ਲਈ ਪਿਤਾ ਦੇ ਘਰ ਤੋਂ ਪਤੀ ਦੇ ਘਰ ਜਾਣ ਲਈ ਉਸ ਬੱਚੀ ਨੂੰ ਆਗਿਆ ਤਾਂ ਹੀ ਮਿਲਦੀ ਹੈ ਜਾਂ ਪਤੀ ਦੇ ਘਰ ਪ੍ਰਵਾਨਗੀ ਤਾਂ ਹੀ ਮਿਲਦੀ ਹੈ ਜਦੋਂ ਉਹ ਲਾਵਾਂ ਲੈ ਲੈਂਦੇ ਨੇ। ਸੋ ਨਾਲ ਦੇ ਨਾਲ ਅਸੀਂ ਆਪ ਜੀ ਪੁੱਛ ਰਹੇ ਸੀ ਕਿ ਇਹ ਜਿਹੜੀਆਂ ਲਾਵਾਂ ਨੇ ਕਿ ਉਹ ਬੱਚਾ ਬੱਚੀ ਦੇ ਵਿਆਹ ਤੱਕ ਸੀਮਿਤ ਨੇ, ਪਰ ਅਸੀਂ ਸਾਰੇ ਜਾਣਦੇ ਹਾਂ ਇਹ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ, ਇਹਨੂੰ ਅਸੀਂ ਸੱਚ ਦੀ ਬਾਣੀ ਕਹਿੰਦੇ ਹਾਂ, ਸੱਚ ਦਾ ਸੁਨੇਹਾ ਕਹਿੰਦੇ ਹਾਂ। ਤੇ ਸੱਚ ਦੇ ਸੁਨੇਹੇ ਦਾ ਮਤਲਬ ਹੁੰਦਾ ਹੈ ਉਹ ਗੱਲ, ਉਹ ਸਿੱਖਿਆ, ਉਹ ਉਪਦੇਸ਼ ਜਿਹੜਾ ਹਰ ਮਨੁੱਖ ਹਰ ਵੇਲੇ ਹਰ ਥਾਂ ਤੇ ਅਮਲੀ ਤੌਰ ਤੇ ਜੀਉ ਸਕੇ। ਤੇ ਜੇ ਇਹ ਬਾਣੀ ਉਹਨਾਂ ਬੱਚਾ ਬੱਚੀ ਲਈ ਅਸੀਂ ਕਹੀਏ ਹੈਗੀ ਹੈ, ਤੇ ਫਿਰ ਉਹ ਜਿਹੜੇ ਬੱਚੇ ਬਚਪਨ ਤੋਂ ਜਾਂ ਬਾਅਦ ਵਿੱਚੋਂ ਜਿਹੜਾ ਵੀ ਮਨੁੱਖ ਇਸ ਬਾਣੀ ਨੂੰ ਪੜ੍ਹ ਰਿਹਾ ਹੈ, ਉਹ ਇਸ ਨੂੰ ਕਿਹੜਾ ਸੁਨੇਹਾ ਲੈ ਰਿਹਾ ਹੈ? ਇਹ ਠੀਕ ਹੈ ਕਿ ਅਸੀਂ ਇਸ ਬਾਣੀ ਨੂੰ ਆਨੰਦ ਕਾਰਜ ਵੇਲੇ ਜਾਂ ਉਸ ਲਾਵਾਂ ਲੈਣ ਵੇਲੇ ਬੱਚਾ ਬੱਚੀ ਦੇ ਸਾਹਮਣੇ, ਜਦੋਂ ਬੱਚਾ ਬੱਚੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਹਾਜ਼ਰ ਹੁੰਦੇ ਨੇ ਤੇ ਉਹ ਪਤੀ ਪਤਨੀ ਦੇ ਸੰਬੰਧ ਲਈ ਤਿਆਰ ਹੋ ਕੇ ਆਏ ਹੁੰਦੇ ਨੇ ਜੁੜਨ ਲਈ, ਤੇ ਅਸੀਂ ਉਸ ਵੇਲੇ ਲਾਵਾਂ ਦਾ ਪਾਠ ਕਰਕੇ ਕੀਰਤਨ ਕਰਕੇ ਉਹਨਾਂ ਦਾ ਉਸ ਆਨੰਦ ਕਾਰਜ ਨੂੰ ਸੰਪੰਨ ਕਰਨੇ ਆ। ਪਰ ਅਸਲ ਵਿੱਚ ਇਹਨਾਂ ਲਾਵਾਂ ਦੇ ਪਾਠ ਵਿੱਚ ਜੋ ਸਾਨੂੰ ਸੁਨੇਹਾ ਮਿਲਦਾ ਹੈ ਉਹ ਅਸੀਂ ਅੱਜ ਗੱਲ ਕਰਾਂਗੇ। ਜੀ ਬਿਲਕੁਲ, ਅਸੀਂ ਦੇਖਨੇ ਹਾਂ ਕਿ ਜਦ ਵੀ ਵੈਸੇ ਤਾਂ ਬੜੇ ਪਿਆਰ ਨਾਲ ਹਰ ਬਾਣੀ ਪੜੀ ਜਾਂਦੀ ਹੈ, ਜਦੋਂ ਅਸੀਂ ਲਾਵਾਂ ਦੀ ਬਾਣੀ ਪੜ੍ਹਦੇ ਨੇ ਤੇ ਉਹਦੇ ਵਿੱਚ ਅਸੀਂ ਇਸ ਨੂੰ ਚਾਰ ਭਾਗਾਂ ਵਿੱਚ ਤਬਦੀਲ ਕਰਦੇ ਹਾਂ। ਪਰ ਖੈਰ ਅਸੀਂ ਉਸ ਤੇ ਬਾਅਦ ਚਾਹਾਂਗੇ। ਪਰ ਜੇਕਰ ਅਸੀਂ ਗੱਲ ਕਰੀਏ ਕਿ ਅਸੀਂ ਇਸ ਲਾਵਾਂ ਨੂੰ, ਜਿਸ ਤਰ੍ਹਾਂ ਤੁਸੀਂ ਕਿਹਾ ਇਹਦਾ ਦਾਇਰਾ ਵੱਡਾ ਹੈ, ਸਿਰਫ ਵਿਆਹ ਤੱਕ ਸੀਮਤ ਨਹੀਂ ਹੈ, ਤੇ ਪਰਵਰਿਸ਼ ਵਿੱਚ ਵੀ ਇਸ ਦਾ ਅਸੀਂ ਲਾਹਾ ਲੈ ਸਕਦੇ ਹਾਂ। ਹਾਂਜੀ, ਬੇਸਿਕਲੀ ਤਾਂ ਹੀ ਤੇ ਅਸੀਂ ਇਹ ਦੇਖ ਰਹੇ ਹਾਂ ਨਾ ਕਿ ਜੇ ਲਾਵਾਂ ਦਾ ਪਾਠ ਜਿਹੜਾ ਹੈ, ਜਦੋਂ ਆਨੰਦ ਕਾਰਜ ਤੋਂ ਪਹਿਲਾਂ ਜਦੋਂ ਬੱਚੇ ਪੜਨ, ਔਰ ਜਾਂ ਜਿਹੜੇ ਬਜ਼ੁਰਗਾਂ ਦਾ ਆਨੰਦ ਕਾਰਜ ਹੋ ਚੁੱਕਾ ਹੈ ਜਾਂ ਜਿਨ੍ਹਾਂ ਦੀ ਪਤੀ ਨਹੀਂ ਹੈ, ਪਤਨੀ ਨਹੀਂ ਹੈ, ਉਹ ਜਦੋਂ ਪਾਠ ਕਰਨ ਤੇ ਸੁਨੇਹਾ ਤੇ ਸਰਬ ਲਈ ਸਾਂਝਾ ਹੈ। ਜੀ ਬਿਲਕੁਲ, ਉਸ ਪਿਤਾ ਦਾ ਸੁਨੇਹਾ ਸਾਰਿਆਂ ਲਈ ਸਾਂਝਾ ਹੈ। ਤੇ ਫਿਰ ਸਾਨੂੰ ਇਹਦੇ ਚੋਂ ਪਤਾ ਲੱਗੇਗਾ ਕਿ ਜਿਵੇਂ ਉਹ ਪਤੀ ਪਤਨੀ ਦੇ ਸੰਬੰਧ ਵਿੱਚ ਬੱਚੇ ਜੁੜਨ ਲੱਗੇ ਨੇ, ਉਵੇਂ ਹੀ ਗੁਰੂ ਪਾਤਸ਼ਾਹ ਜਦੋਂ ਇਸ ਪਾਠ ਨੂੰ ਅਸੀਂ ਪਿਆਰ ਨਾਲ ਪੜਾਂਗੇ ਤੇ ਸਾਨੂੰ ਪਤਾ ਲੱਗੇਗਾ ਇਸ ਸੁਰਤ ਰੂਪੀ ਬੱਚੀ ਨੂੰ ਔਰ ਮਨ ਰੂਪੀ ਬੱਚੇ ਨੂੰ ਅੰਤਰ ਆਤਮਾ ਵਿੱਚ ਵਸਦੇ ਪਰਮਾਤਮਾ ਜਿਹੜਾ ਜੋਤ ਸਰੂਪ ਹੈ, ਉਹਦੇ ਨਾਲ ਮਿਲਾਪ ਦਾ ਇੱਕ ਬਾਣੀ ਹੈ। ਜੀ, ਤੇ ਜਦੋਂ ਹੁਣ ਅਸੀਂ ਉਹਨਾਂ ਬੱਚਿਆਂ ਨੂੰ ਪਾਠ ਕਰਨ ਵੇਲੇ ਇਹ ਵਾਲਾ ਸੁਨੇਹਾ ਦੇਾਂਗੇ ਤੇ ਉਹਨਾਂ ਦੀ ਪਰਵਰਿਸ਼ ਵਿੱਚ ਆਪਣੇ ਆਪ ਢੰਗ ਬਦਲ ਜਾਏਗਾ।
ਕਿਉਂਕਿ ਜਦੋਂ ਅਸੀਂ ਬੱਚਿਆਂ ਨੂੰ ਦੱਸਾਂਗੇ ਕਿ ਇਹਨਾਂ ਲਾਵਾਂ ਦੇ ਪਾਠ ਵਿੱਚ ਸਾਨੂੰ ਪਹਿਲੀ ਲਾਂ ਵਿੱਚ ਹੀ ਗੁਰੂ ਪਾਤਸ਼ਾਹ ਕਹਿੰਦੇ ਨੇ, ਹਰ ਪਹਿਲੜੀ ਲਾਂ ਪ੍ਰਵਿਰਤੀ ਕਰਮ ਦਿੜਾਇਆ ਬਲਰਾਮ ਜੀਓ। ਸੋ ਪ੍ਰਵਿਰਤੀ ਕਰਮ ਕੀ ਹੁੰਦਾ ਹੈ, ਇਹ ਅਸੀਂ ਬੱਚਿਆਂ ਨੂੰ ਸਮਝਾਵਾਂਗੇ ਜੀ। ਤੇ ਜਦੋਂ ਬੱਚਿਆਂ ਨੂੰ ਸਮਝਾਵਾਂਗੇ ਨਾਲ ਦੇ ਨਾਲ ਆਪ ਵੀ ਸਮਝਾਂਗੇ। ਜੇ ਆਪ ਨਹੀਂ ਸਮਝੇ ਹੋਵਾਂਗੇ ਤੇ ਬੱਚਿਆਂ ਨੂੰ ਸਮਝਾ ਨਹੀਂ ਸਕਾਂਗੇ। ਤੇ ਜੇ ਅਸੀਂ ਸਮਝਣ ਦਾ ਮਾਇਨਾ ਵੀ ਇਹੀ ਲਈਏ, ਕਿਉਂਕਿ ਗੱਲ ਬੱਚਿਆਂ ਦੀ ਸ਼ੁਰੂ ਕੀਤੀ ਹੈ, ਤੇ ਬੱਚੇ ਜਦੋਂ ਸਕੂਲ ਜਾਂਦੇ ਨੇ ਤੇ ਸਕੂਲ ਜਾ ਕੇ ਕੋਈ ਪਾਠ ਪੜ੍ਹਦੇ ਨੇ, ਕੋਈ ਹਿਸਾਬ ਦੇ ਸਮ ਕਰਦੇ ਨੇ, ਤੇ ਉੱਥੇ ਆ ਕੇ ਘਰ ਆਪਣੀ ਮਾਂ ਨੂੰ ਕਹਿਣ ਮੈਨੂੰ ਸਵਾਲ ਸਮਝ ਆ ਗਿਆ ਹੈ, ਤੇ ਮਾਂ ਕਹੇਗੀ ਨਾ ਫਿਰ ਹੁਣ ਤੁਸੀਂ ਘਰ ਬਹਿ ਕੇ ਕਰੋ। ਤੇ ਜਦੋਂ ਬੱਚਾ ਕਰਨ ਲੱਗੇ ਤੇ ਉਹਦੇ ਕੋਲੋਂ ਸਵਾਲ ਨਿਕਲੇ ਨਾ, ਫਿਰ ਮਾਂ ਕਹੇਗੀ ਇਸ ਦਾ ਮਤਲਬ ਇਹ ਪੁੱਤਰ ਤੈਨੂੰ ਸਮਝ ਆਇਆ ਨਹੀਂ ਜੀ। ਇਸ ਦਾ ਭਾਵ ਇਹ ਹੋਇਆ ਕਿ ਸਮਝਣ ਦਾ ਮਤਲਬ ਹੀ ਉਹੀ ਹੁੰਦਾ ਹੈ ਜਦੋਂ ਅਸੀਂ ਉਹ ਕੰਮ ਆਪਣੇ ਅਮਲੀ ਤੌਰ ਤੇ ਜਿਉਨੇ ਆ। ਜੇ ਅਸੀਂ ਅਮਲੀ ਤੌਰ ਤੇ ਜਿਉ ਹੀ ਨਹੀਂ ਸਕੇ, ਸਾਨੂੰ ਪਤਾ ਹੀ ਨਹੀਂ ਲੱਗਾ ਕਿ ਸਤਿਗੁਰ ਦੀ ਬਾਣੀ ਨੇ ਜਿਹੜੀ ਸਿੱਖਿਆ ਦਿੱਤੀ ਹੈ ਉਹ ਸਾਡੇ ਜੀਵਨ ਨਾਲ ਸੰਬੰਧ ਰੱਖਦੀ ਹੈ, ਫਿਰ ਅਸੀਂ ਉਸ ਗੱਲ ਨੂੰ ਸਮਝੇ ਹੀ ਨਹੀਂ। ਤੇ ਜੀਵਨ ਦਾ ਬਾਣੀ ਨੂੰ ਜੀਵਨ ਦਾ ਮਤਲਬ ਹੈ ਕਿ ਉਹਨੂੰ ਅਪਣਾਉਣਾ ਅਮਲੀ ਤੌਰ ਤੇ, ਆਪਣੇ ਜੀਵਨ ਵਿੱਚ ਢਾਲਣਾ ਜੀ। ਜਦੋਂ ਅਸੀਂ ਗੱਲ ਹੋ ਰਹੀ ਹੈ ਸੁਰਤ ਦੀ, ਤੇ ਢਾਲਣਾ ਕਿੰਨੇ ਵੇ ਸੁਰਤ ਨੇ। ਸੁਰਤ ਤੇ ਆਪਣਾ ਸੁਭਾਅ ਬਦਲੇਗੀ ਨਾ, ਸੁਰਤ ਹੀ ਤੇ ਮਨ ਨੂੰ ਲੀਡ ਕਰਦੀ ਹੈ, ਸੁਰਤ ਹੀ ਤੇ ਸਾਡੀਆਂ ਅੱਖਾਂ ਨੂੰ, ਕੰਨ ਨੂੰ, ਜੀਭਾਂ ਨੂੰ ਲੀਡ ਕਰਦੀ ਹੈ, ਸੁਰਤ ਸਾਨੂੰ ਦਿਖਾਉਂਦੀ ਹੈ। ਅਸੀਂ ਪਹਿਲੇ ਉਹ ਕਹਿੰਦੇ ਨੇ ਨਾ ਜੈਸਾ ਪਰਸੈਪਸ਼ਨ ਹੋਏ ਇਨਸਾਨ ਵੈਸਾ ਦੇਖਦਾ ਹੈ। ਤੇ ਵੈਸੇ ਤਾਂ ਮੈਂ ਆਪਣੇ ਵਿਸ਼ੇ ਥੋੜਾ ਪਰੇ ਹੋ ਰਿਹਾ, ਪਰ ਜੇਕਰ ਮੈਂ ਸੁਰਤ ਦੀ ਗੱਲ ਕਰਾਂ ਇੱਥੇ ਸੁਰਤ ਦੀ, ਤੇ ਮਨ ਤੋਂ ਵੱਖ ਹੈ। ਸੁਰਤ ਮਤਲਬ ਅਕਲ ਜੀ। ਤੇ ਅਸੀਂ ਦੇਖਦੇ ਹਾਂ ਨਾ ਅਕਲ ਸਾਡੀ ਕੀ ਹੈ, ਸਾਡੀ ਸੋਚ ਕੀ ਹੈ। ਮਨ ਸੋਚ ਨਹੀਂ ਰਿਹਾ, ਸੋਚ ਤੇ ਸੁਰਤ ਰਹੀ ਹੈ ਨਾ, ਡਿਸੀਜਨ ਮਨ ਲੈਂਦਾ, ਮਨ ਨੂੰ ਲੀਡ ਕਰਦਾ ਹੈ ਨਾ, ਇਹ ਫਿਰ ਡਿਸੀਜਨ ਦੋਨੋਂ ਇਕੱਠੇ ਲੈਂਦੇ ਨੇ ਨਾ ਜੀ, ਹੈ ਨਾ। ਬੇਸਿਕਲੀ ਮਨ ਸਿਰਫ ਇੱਛਾ ਪ੍ਰਗਟ ਕਰਦਾ ਹੈ, ਮਨ ਚਾਹਤ ਦੱਸਦਾ ਹੈ ਮੈਂ ਇਹ ਕਰਨਾ ਹੈ, ਬਟ ਉਸ ਨੂੰ ਕਰਨ ਲਈ ਤਰੀਕਾ ਕਿਹੜਾ ਅਪਣਾਣਾ ਹੈ ਉਹ ਤੇ ਅਕਲ ਦਿੰਦੀ ਹੈ ਨਾ ਜੀ। ਅਸੀਂ ਦੇਖਦੇ ਹਾਂ, ਸਾਨੂੰ ਅਸੀਂ ਕਹਿੰਦੇ ਜਿਨ੍ਹਾਂ ਨੂੰ ਅਸੀਂ ਖਿਆਲ ਕਹਿੰਦੇ ਆ, ਖਿਆਲ ਕਿੱਥੇ ਪੈਦਾ ਹੁੰਦੇ ਨੇ। ਤਾਂ ਹੀ ਗੁਰੂ ਪਾਤਸ਼ਾਹ ਨੇ ਇੱਕ ਮਨ ਕੀ ਮਤ ਕਿਹਾ, ਇੱਕ ਸਤਿਗੁਰ ਕੀ ਮਤ ਕਿਹਾ। ਤੇ ਇਸ ਦਾ ਮਤਲਬ ਹੈ ਮਨ ਤੋਂ ਨਿਕਲੀ ਹੋਈ ਅਕਲ। ਪਹਿਲੇ ਮਨ ਹੈ, ਫਿਰ ਮਨ ਨੇ ਇੱਕ ਅਕਲ ਪੈਦਾ ਕੀਤੀ, ਉਹਨੂੰ ਕਹਿੰਦੇ ਨੇ ਮਨ ਕੀ ਮਤ ਜੀ। ਤੇ ਜਦੋਂ ਮਨ ਕੀ ਮਤ ਲੀਡ ਕਰ ਰਹੀ ਹੈ ਤੇ ਸੁਭਾਅ ਹੋਰ ਹੋਏਗਾ, ਤੇ ਜਦੋਂ ਮਨ ਨੂੰ ਸਤਿਗੁਰ ਕੀ ਮਤ ਲੀਡ ਕਰ ਰਹੀ ਹੈ ਤੇ ਸੁਭਾਅ ਹੋਰ ਹੋਏਗਾ ਜੀ। ਫਿਰ ਤੋਂ ਜਦ ਸਾਡੀ ਮਤ ਹੈ ਉਹ ਗੁਰੂ ਦੇ ਹਿਸਾਬ ਨਾਲ ਹੋਏਗੀ, ਤੇ ਸਾਡੇ ਸੁਭਾਅ ਵਿੱਚ ਆਪਣੇ ਆਪ ਨਿਮਰਤਾ, ਕੋਮਲਤਾ ਤੇ ਅਸੀਂ ਕਹਿ ਸਕਦੇ ਹਾਂ ਸਹਿਜ ਸੁਭਾਅ ਆ ਜਾਏਗਾ। ਤੇ ਜਿਹੜੀ ਪਹਿਲੀ ਲਾਂ ਦੀ ਅਸੀਂ ਗੱਲ ਕਰ ਰਹੇ ਹਾਂ, ਉਹਦੇ ਵਿੱਚ ਜੇਕਰ ਉਹਦਾ ਅਸੀਂ ਸਾਰ ਦੇ ਤੌਰ ਤੇ ਦੇਖੀਏ ਤਾਂ ਸਾਨੂੰ ਕੀ ਸਮਝ ਆਉਂਦਾ ਹੈ ਪੂਰੀ ਤਰੀਕੇ ਨਾਲ? ਸਿਰਫ ਅਸੀਂ ਲਫ਼ਜ਼ਾਂ ਨੂੰ ਹੀ ਅਗਰ ਦੇਖੀਏ ਤੇ ਗੁਰੂ ਪਾਤਸ਼ਾਹ ਕਹਿ ਰਹੇ ਨੇ ਪ੍ਰਵਿਰਤੀ ਕਰਮ ਦਿੜਾਇਆ। ਹੁਣ ਪ੍ਰਵਿਰਤੀ ਨੂੰ ਅਗਰ ਅਸੀਂ ਛੰਦੀ ਵਿੱਚ ਛੇਦ ਕਰੀਏ ਤੇ ਕਹਿੰਦੇ ਨੇ ਪਰਿਵਰਤਨ, ਕਰਮਾਂ ਵਿੱਚ ਬਦਲਣਾ। ਤੇ ਇਸ ਦਾ ਮਤਲਬ ਹੋ ਗਿਆ ਕਿ ਅਸੀਂ ਰਿਜਿਡ ਨਹੀਂ ਹੋਵਾਂਗੇ, ਸਾਨੂੰ ਪਤਾ ਲੱਗੇ ਇੱਥੇ ਮੈਂ ਗਲਤ ਆ ਤੇ ਮੈਂ ਆਪਣਾ ਪਰਿਵਰਤਨ ਕਰ ਸਕਦਾ। ਉਸ ਪਰਿਵਰਤਨ ਕਰਨ ਨੂੰ ਹੀ, ਉਸ ਕਰਮ ਨੂੰ ਦਿੜਾ ਦਿੱਤਾ ਮਤਲਬ ਪੱਕਾ ਕਰਕੇ ਸਮਝਾ ਦਿੱਤਾ। ਤੇ ਜਦੋਂ ਹੁਣ ਪੂਰੇ ਉਸ ਪੈਰਾਗ੍ਰਾਫ ਵਿੱਚ ਇਹ ਵੀ ਦੱਸਿਆ ਕਿ ਦ੍ਰਿੜਾਇਆ ਕੀ ਤੇ ਗਵਾਇਆ ਕੀ। ਇੱਕ ਚੀਜ਼ ਪੱਕੀ ਕਰਾ ਰਹੇ ਨੇ ਤੇ ਕਿਉਂਕਿ ਸੁਭਾਅ ਬਦਲ ਰਹੇ ਨੇ ਤੇ ਦੂਜੀ ਚੀਜ਼ ਉਹਦੇ ਵਿੱਚੋਂ ਜਾ ਵੀ ਰਹੀ ਹੈ। ਧਰਮ ਦਿੜੋ, ਧਰਮ ਦੀ ਦ੍ਰਿੜਤਾ ਦੇ ਰਹੇ ਨੇ ਤੇ ਕਹਿ ਰਹੇ ਨੇ ਸਭ ਕਿਲਵਿਕ ਪਾਪ ਗਵਾਇਆ। ਹੁਣ ਸੁਰਤ ਵੇਖੇਗੀ ਨਾ ਮੇਰੇ ਅੰਦਰ ਕਿਹੜੇ ਕਿਲਵਿਕ ਨੇ, ਕਿਹੜੇ ਪਾਪ ਨੇ ਤੇ ਕਿਹੜੇ ਗਵਾਣੇ ਨੇ। ਜੇ ਸੁਭਾਅ ਬਦਲ ਹੀ ਨਹੀਂ ਸਕਦੇ, ਅਸੀਂ ਤੇ ਕਈ ਵਾਰੀ ਕਹਿੰਦੇ ਆ ਮੇਰਾ ਬਚਪਨ ਤੋਂ ਇਹ ਸੁਭਾਅ ਹੈ, ਇਸ ਦਾ ਮਤਲਬ ਹੈ ਮੈਂ ਸੁਭਾਅ ਬਦਲਣਾ ਨਹੀਂ ਚਾਹੁੰਦਾ ਜੀ। ਤੇ ਸਭ ਤੋਂ ਪਹਿਲੀ ਗੱਲ ਹੀ ਸਾਨੂੰ ਗੁਰਬਾਣੀ ਇਹ ਕਹਿ ਰਹੀ ਹੈ ਕਿ ਤੈਨੂੰ ਸੁਭਾਅ ਬਦਲਣ ਵਿੱਚ ਤੂੰ ਫਲੈਕਸੀਬਲ ਹੋਏ। ਜਦੋਂ ਤੈਨੂੰ ਪਤਾ ਹੋਵੇ ਮੈਂ ਗਲਤ ਚੱਲ ਰਿਹਾ, ਜੇ ਮੈਂ ਕਹਿੰਦਾ ਰਹਾ ਮੈਂ ਬਚਪਨ ਤੋਂ ਹੀ ਬੜਾ ਸੈਂਟੀਮੈਂਟਲ ਆ, ਮੈਂ ਬਚਪਨ ਤੋਂ ਹਰਟ ਹੋ ਜਾਣਾ ਵਾ, ਮੈਂ ਬੜੀ ਜਲਦੀ ਗਿਲਟ ਵਿੱਚ ਆ ਜਾਣਾ ਵਾ, ਤੇ ਮੈਨੂੰ ਲੱਭ ਰਿਹਾ ਹੈ ਕਿ ਇਹ ਸੁਭਾਅ ਠੀਕ ਨਹੀਂ ਹੈ ਤੇ ਮੈਂ ਬਦਲਣ ਨੂੰ ਤਿਆਰ ਹੋਇਆ ਜੀ। ਬਿਲਕੁਲ। ਤੇ ਕਹਿੰਦਾ ਕਿ ਪਹਿਲੀ ਗੱਲ ਹੀ ਸਿਰ ਨੈਗੇਟਿਵਿਟੀ ਨੂੰ ਹਟਾ ਕੇ ਪੋਜ਼ਿਟਿਵਿਟੀ ਅੰਦਰ ਲੈ ਕੇ ਆਉਣ ਦੀ ਗੱਲ ਕੀਤੀ ਜਾ ਰਹੀ ਹੈ। ਤੇ ਉਹ ਗੁਰੂ ਪਾਤਸ਼ਾਹ ਕਹਿੰਦੇ ਨੇ ਇਹ ਨਹੀਂ ਹੈ ਕਿ ਤੂੰ ਨੈਗੇਟਿਵਿਟੀ ਦੇਖ, ਤੂੰ ਉਸ ਮਨ ਨੂੰ ਹੀ ਅਰਪਣ ਕਰ ਦੇ। ਗੁਰੂ ਪਾਤਸ਼ਾਹ ਤੇ ਜਦੋਂ ਸਾਨੂੰ ਕਹਿੰਦੇ ਨੇ ਮਨ ਅਰਪੂ
ਤਨ ਅਰਪੂ। ਤੇ ਇਸਦਾ ਮਤਲਬ ਹੈ ਉਹ ਮਨ ਔਰ ਉਹ ਸੁਰਤ ਪੂਰੀ ਦੀ ਪੂਰੀ ਗੁਰੂ ਅੱਗੇ ਅਰਪਣ ਕਰਨੀ ਪਏਗੀ, ਤਾਂ ਇਹ ਪਹਿਲੀ ਲਾਮ ਦੀ ਸਾਡੇ ਅੱਗੇ ਸ਼ੁਰੂਆਤ ਹੋਏਗੀ। ਤੇ ਜੇ ਅਸੀਂ ਬਚਪਨ ਤੋਂ ਹੀ, ਹੁਣ ਅਸੀਂ ਦੇਖਦੇ ਹਾਂ ਇੱਕ ਮਾਂ ਜਦੋਂ ਬੱਚਾ ਪੈਦਾ ਹੁੰਦਾ ਹੈ ਤੇ ਉਹਨੂੰ ਗੁਰਦੁਆਰੇ ਲਿਜਾ ਕੇ ਮੱਥਾ ਟਿਕਾਉਂਦੀ ਹੈ। ਕਾਰਨ ਕੀ ਹੈ? ਸ਼ਾਇਦ ਕਾਰਨ ਇਹੀ ਸ਼ੁਰੂਆਤ ਹੋਈ ਹੋਏਗੀ ਕਿ ਬੱਚੇ ਤੂੰ ਮੇਰੀ ਮੱਤ ਦੇ ਅਕੋਰਡਿੰਗ, ਜਾਂ ਜਿਹੜਾ ਦੁਨਿਆਵੀ ਮੱਤ ਚੱਲ ਰਹੀ ਹੈ, ਜੋ ਤੈਨੂੰ ਬਾਹਰੋਂ ਦੇਖਾ ਦੇਖੀ ਵਾਲਾ ਸੁਭਾਅ ਮਿਲ ਰਿਹਾ ਹੈ, ਉਹਦੇ ਅਕੋਰਡਿੰਗ ਤੂੰ ਆਪਣਾ ਸੁਭਾਅ ਨਾ ਬਣਾਈ। ਤੂੰ ਗੁਰੂ ਅੱਗੇ ਆਪਣੀ ਮੱਤ ਅਰਪਣ ਕਰ ਦੇ, ਆਪਣਾ ਮਨ ਅਰਪਣ ਕਰ ਦੇ, ਤੇ ਅਕੋਰਡਿੰਗ ਟੂ ਗੁਰੂ ਤੂੰ ਆਪਣਾ ਸੁਭਾਅ ਬਣਾਈ। ਬਿਲਕੁਲ। ਤੇ ਸਾਨੂੰ ਗੁਰੂ ਦੇ ਅਕੋਰਡਿੰਗ ਆਪਣੇ ਆਪ ਵਿੱਚ ਪੋਜ਼ਿਟਿਵ ਚੇਂਜਸ ਜ਼ਰੂਰ ਲਿਆਉਣੇ ਚਾਹੀਦੇ ਨੇ। ਜਿਸ ਤਰ੍ਹਾਂ ਸਾਨੂੰ ਜਸਵੀਰ ਕੌਰ ਜੀ ਨੇ ਦੱਸਿਆ ਕਿ ਰਿਜਿਡਿਟੀ ਵੀ ਜ਼ਰੂਰੀ ਹੈ, ਪਰ ਰਿਜਿਡਿਟੀ ਜੇਕਰ ਆਪ ਸਾਡੇ ਅਵਗੁਣਾਂ ਨੂੰ ਹਟਾਉਣ ਵਾਸਤੇ ਹੋਏ ਤੇ ਗੁਣਾਂ ਨੂੰ ਅਪਣਾਉਣ ਵਾਸਤੇ ਹੋਏ, ਤੇ ਸਾਨੂੰ ਇਹ ਜਿਹੜੀ ਪਰਪੱਕਤਾ ਹੈ ਇਹ ਸਾਨੂੰ ਕਦੇ ਕਦੇ ਛੱਡ ਵੀ ਦੇਣੀ ਚਾਹੀਦੀ ਹੈ। ਕਿਉਂਕਿ ਜੇਕਰ ਅਸੀਂ ਗੁਰੂ ਦੀ ਗੱਲ ਨੂੰ ਸੁਣਨਾ ਚਾਹੁੰਦੇ ਹਾਂ ਤੇ ਗੁਰੂ ਦੀ ਗੱਲ ਨੂੰ ਸੁਣਨ ਦਾ ਫਾਇਦਾ ਤਦ ਹੀ ਹੈ ਜਦ ਸਾਡਾ ਮਨ ਬਦਲੇ। ਮਨ ਦਾ ਬਦਲਣਾ ਬਹੁਤ ਜ਼ਰੂਰੀ ਹੈ, ਗੁਣਾਂ ਦਾ ਅਪਣਾਉਣਾ ਬਹੁਤ ਜ਼ਰੂਰੀ ਹੈ। ਤੇ ਸਾਧ ਸੰਗਤ ਜੀ, ਹੋਰ 3 ਲਾਵਾਂ ਵਿੱਚ ਅੱਗੇ ਗੁਰੂ ਸਾਹਿਬ ਸਾਨੂੰ ਕੀ ਸੇਧ ਦੇ ਰਹੇ ਨੇ, ਅਸੀਂ ਇਸ ਤੇ ਵੀ ਵਿਚਾਰ ਕਰਾਂਗੇ। ਅੱਜ ਅਸੀਂ ਲਾਵਾਂ ਦੀ ਬਾਣੀ ਤੇ ਵਿਚਾਰ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਸਾਨੂੰ ਹਰ ਲਾਵ, ਜਦ ਅਸੀਂ ਅਨੰਦ ਕਾਰਜ ਵਿੱਚ ਹਿੱਸਾ ਲੈਂਦੇ ਹਾਂ, ਤੇ ਅਨੰਦ ਕਾਰਜ ਵਿੱਚ ਹਿੱਸਾ ਸਿਰਫ 2 ਜੀਵ ਨਹੀਂ ਲੈਂਦੇ, ਅਸੀਂ ਦੇਖਦੇ ਹਾਂ ਕਿ ਉਹਨਾਂ ਦੇ ਘਰ ਵਾਲੇ, ਪਰਿਵਾਰ ਵਾਲੇ, ਰਿਸ਼ਤੇਦਾਰ ਸਾਰੇ ਉਸ ਸਮਾਗਮ ਵਿੱਚ ਹਿੱਸਾ ਲੈਂਦੇ ਨੇ। ਵੈਸੇ ਤਾਂ ਅੱਜ ਕੱਲ ਇਸ ਸਮਾਗਮ ਤੋਂ ਵੀ ਲੋਕ ਬਚਦੇ ਨੇ, ਹੋਰ ਚੀਜ਼ਾਂ ਵਿੱਚ ਜ਼ਿਆਦਾ ਲੱਗੇ ਰਹਿੰਦੇ ਨੇ, ਆਨੰਦ ਕਾਰਜ ਦੀ ਰਸਮ ਤੋਂ ਕਿਤੇ ਦੂਰ ਰਹਿੰਦੇ ਨੇ। ਪਰ ਜਿੰਨੇ ਵੀ ਰਹਿੰਦੇ ਨੇ ਉਹਨਾਂ ਸਾਰਿਆਂ ਵਾਸਤੇ ਉਹ ਬਾਣੀ ਉਚਾਰਨ ਕੀਤੀ ਗਈ ਹੈ। ਇਹ ਨਹੀਂ ਕਿ ਉਹਨਾਂ 2 ਜੀਵਾਂ ਵਾਸਤੇ ਹੀ ਹੈ। ਤੇ ਹੋਰ ਕੀ ਉਸ ਬਾਣੀ ਵਿੱਚ ਆਓ ਜਾਣਨ ਦੀ ਕੋਸ਼ਿਸ਼ ਕਰਨੇ ਹਾਂ। ਤੇ ਅਸੀਂ ਦੇਖਦੇ ਹਾਂ ਕਿ ਇੱਕ ਜਿਹੜੀ ਵਿਆਖਿਆ ਦਾ ਇੱਕ ਸਕੂਲ ਆਫ ਥਾਟ ਹੁੰਦਾ ਹੈ ਕਿ ਗੁਰਬਾਣੀ ਆਪਣੀ ਵਿਆਖਿਆ ਖੁਦ ਕਰਦੀ ਹੈ। ਹਾਂਜੀ। ਤੇ ਜੇਕਰ ਅਸੀਂ ਬਾਣੀ ਦੀ ਗੱਲ ਕਰੀਏ, ਲਾਵਾਂ ਦੀ ਬਾਣੀ ਸੂਹੀ ਰਾਗ ਵਿੱਚ ਦਰਜ ਹੈ ਕਿ ਇਸ ਦੀ ਭੂਮਿਕਾ ਗੁਰੂ ਸਾਹਿਬ ਜੀ ਨੇ ਕਿਤੇ ਅੱਗੇ ਵੀ ਬੰਨੀ ਹੈ। ਹਾਂਜੀ, ਇਹੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਲੱਖਣਤਾ ਹੈਗੀ ਹੈ। ਸੋ ਜਿਵੇਂ ਇਹ ਸੂਹੀ ਰਾਗ ਵਿੱਚ ਚੌਥੇ ਪਾਤਸ਼ਾਹ ਜੀ ਨੇ ਬਾਣੀ ਉਚਾਰੀ ਹੈ, ਤੇ ਇਹ ਛੰਤ ਦੇ ਸਿਰਲੇਖ ਹੇਠ ਹੈ। ਤੇ ਇੱਕ ਛੰਤ ਦੇ ਅੰਦਰ 4-4 ਪਦੇ ਨੇ, 4-4 ਸਟੈਂਜਾਸ ਨੇ। ਤੇ ਲਾਵਾਂ ਦੇ ਜਿਹੜੇ ਇਹ 4 ਸਟੈਂਜਾਸ ਨੇ, ਪਹਿਲੀ ਲਾਮ, ਦੂਜੀ ਲਾਮ, ਤੀਜੀ ਲਾਮ, ਚੌਥੀ ਲਾਮ, ਇਸ ਤੋਂ ਪਹਿਲਾਂ ਜਿਹੜਾ ਛੰਤ ਗੁਰੂ ਰਾਮਦਾਸ ਜੀ ਦਾ ਹੀ ਉਚਾਰਿਆ ਹੋਇਆ ਹੈ। ਇਹ ਦੂਜਾ ਨੰਬਰ ਛੰਤ ਹੈ। ਜਿਹੜਾ ਪਹਿਲਾ ਛੰਤ ਦੇਖਾਂਗੇ ਉਹਦੇ ਵਿੱਚ ਹੀ ਗੁਰੂ ਪਾਤਸ਼ਾਹ ਨੇ ਕਹਿ ਦਿੱਤਾ ਹੈ, ਸਤਿਗੁਰ ਪੁਰਖ ਮਿਲਾਏ ਅਵਗੁਣ ਵਿਕਣਾ ਗੁਣ ਰਵਾਂ ਬਲਰਾਮ ਜੀਓ। ਸੋ ਜਦੋਂ ਹੁਣ ਇਸ ਤੋਂ ਪਹਿਲਾਂ ਇਹ ਗੁਰੂ ਗ੍ਰੰਥ ਸਾਹਿਬ ਵਿੱਚ 773 ਔਰ 74 ਅੰਕ ਤੇ ਹੈ। ਹੁਣ ਸੂਹੀ ਰਾਗ ਦੀ ਗੱਲ ਚੱਲ ਰਹੀ ਹੈ। ਸੂਹੀ ਰਾਗ ਦਾ ਜੇ ਅਸੀਂ ਪਹਿਲਾ ਸ਼ਬਦ ਦੇਖੀਏ ਤੇ ਗੁਰੂ ਪਾਤਸ਼ਾਹ ਕਹਿੰਦੇ ਨੇ, ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੂਦੇ ਕੋ ਜਾਓ। ਹੁਣ ਸਾਨੂੰ ਪਤਾ ਹੈ ਗੁਰੂ ਪਾਤਸ਼ਾਹ ਕਿਹੜੇ ਭਾਂਡੇ ਦੀ ਗੱਲ ਕਰ ਰਹੇ ਨੇ, ਕਿ ਉਹ ਜਿਹੜੇ ਸਾਡੇ ਰਸੋਈ 'ਚ ਅਸੀਂ ਭਾਂਡੇ ਯੂਜ਼ ਕਰਦੇ ਆ ਉਹਨਾਂ ਦੀ ਗੱਲ ਕਰ ਰਹੇ ਨੇ। ਗੁਰੂ ਪਾਤਸ਼ਾਹ ਸਾਡੇ ਮਨ ਰੂਪੀ ਭਾਂਡੇ ਦੀ ਹੀ ਗੱਲ ਕਰ ਰਹੇ ਨੇ। ਲਾਵਾਂ ਦੀ ਸ਼ੁਰੂਆਤ ਤੋਂ ਪਹਿਲਾਂ ਉੱਥੇ ਸਾਨੂੰ ਸ਼ੁਰੂਆਤ ਕਰਵਾ ਦਿੱਤੀ, ਇਸ ਭਾਂਡੇ ਨੂੰ ਧੋ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਪੂਰੀ ਵਿਧੀ ਦੱਸੀਏ ਕਿਵੇਂ ਧੋ। ਤੇ ਉਹਦੇ ਵਿੱਚ ਗੁਰੂ ਪਾਤਸ਼ਾਹ ਇੱਕ ਹੋਰ ਗੱਲ ਕਰਦੇ ਨੇ ਕਿ ਇਹ ਜਿਹੜੀਆਂ ਤੇਰੀਆਂ ਸੁਰਤ ਰੂਪੀ ਇਟੀਆਂ ਨੇ, ਉਹਨੂੰ ਤੂੰ ਸਤਿਗੁਰ ਦੀ ਮੱਤ ਨਾਲ ਇੰਜ ਫੜ ਕੇ ਰੱਖ ਤਾਂ ਕਿ ਤੈਨੂੰ ਇਨ ਨੇਤਰੋ ਫੁਰ ਨੇਤਰੋ ਨੀਂਦ ਨਾ ਆਵੇ। ਸੋ ਉਸ ਸ਼ਬਦ ਵਿੱਚ ਗੁਰੂ ਪਾਤਸ਼ਾਹ ਨੇ ਸੁਰਤ ਨੂੰ ਸਤਿਗੁਰ ਦੇ ਮੱਤ ਨਾਲ ਜੋੜਨਾ ਔਰ ਮਨ ਨੂੰ ਸਤਿਗੁਰ ਦੇ ਗਿਆਨ ਨਾਲ ਧੋਣਾ, ਦੋਨੋਂ ਹੀ ਸਿਖਾਏ ਨੇ। ਤੇ ਜਦੋਂ ਹੁਣ ਉਸ ਦੀ ਅੱਗੇ ਚੱਲ ਕੇ ਦੇਖਦੇ ਹਾਂ ਤੇ 762 ਅੰਕ ਤੇ ਗੁਰੂ ਪਾਤਸ਼ਾਹ ਸ਼ੁਰੂਆਤ ਇੱਕ ਹੋਰ ਕਰਦੇ ਨੇ, ਕੁਚੱਜੀ ਦੇ ਸੁਰਲੇਖ ਹੇਠਾਂ। ਅਸੀਂ ਪੜਿਆ ਕੁਚੱਜੀ, ਸੁਚੱਜੀ, ਗੁਣਵੰਤੀ, ਕੀ ਇਹ ਅਲੱਗ-ਅਲੱਗ ਇਸਤਰੀਆਂ ਦੀ ਗੱਲ ਕੀਤੀ ਹੈ ਗੁਰੂ ਪਾਤਸ਼ਾਹ ਨੇ। ਜਦੋਂ ਫਿਰ ਅਸੀਂ ਸਿਰਫ ਗੁਰਬਾਣੀ ਨੂੰ ਬੜੇ ਪਿਆਰ ਨਾਲ ਪੜ੍ਹੀਏ, ਅਰਥ ਤੇ ਵਿੱਚੇ ਕੀਤੇ ਹੋਏ ਨੇ। ਗੁਰੂ ਪਾਤਸ਼ਾਹ ਕਹਿੰਦੇ ਨੇ, ਮੰਝ ਕੁਚੱਜੀ ਉਮਾਵਣ ਡੋਸੜੇ। ਮੰਝ ਮੈਂ ਕੁਚੱਜੀ ਹਾਂ। ਕਿਉਂ ਕੁਚੱਜੀ ਹਾਂ? ਮੇਰੇ ਅੰਦਰ ਨਾ ਗਿਣਨ ਵਾਲੇ ਦੋਸ਼ ਨੇ। ਇਸ ਦਾ ਮਤਲਬ ਹੈ ਉਸ ਸੁਰਤ ਨੇ ਮੰਨਿਆ ਮੇਰੇ ਅੰਦਰ ਦੋਸ਼ ਨੇ। ਇਹ ਵੀ ਪਹਿਲਾਂ ਵੱਡੀ ਗੱਲ ਹੈ ਕਿ ਪਹਿਲਾਂ ਦੋਸ਼ ਨੂੰ ਮੰਨਣਾ ਜ਼ਰੂਰੀ ਹੈ ਜੀ। ਉਹਦੇ ਵਾਸਤੇ ਵੀ ਤੇ ਹਿੰਮਤ ਚਾਹੀਦੀ ਹੈ, ਕਿਉਂਕਿ ਅਸੀਂ ਤੇ ਘਰਾਂ ਵਿੱਚ ਜਦੋਂ ਸਾਡੇ ਦੋਸ਼ ਹੁੰਦੇ ਨੇ, ਆਪ ਜੀ ਅਗਰ ਹਲਕੇ ਆਪਣੇ ਸਿਰਫ ਆਪਣੇ ਆਪ ਨੂੰ ਦੇਖੀਏ, ਕਿਉਂਕਿ ਗੁਰਬਾਣੀ ਸਿਰਫ ਆਪਣਾ ਚਿਹਰਾ ਦਿਖਾਉਂਦੀ ਹੈ,
ਮਨ ਰੂਪੀ ਚਿਹਰਾ, ਸੁਰਤ, ਬੋਲ। ਮੈਨੂੰ ਗੁਰੂ ਪਾਸ਼ਾ ਮਨ, ਬਚ, ਕਰਮ ਤਿੰਨਾਂ ਨੂੰ ਬਦਲਣ ਦੀ ਗੱਲ ਕਰਦੇ ਨੇ। ਮਨ ਬਦਲਣਾ, ਬਚਨ ਬਦਲਨੇ, ਸੋਚ ਬਦਲਣੀ, ਕਰਮ ਬਦਲਨੇ। ਇਸਦਾ ਮਤਲਬ ਹੈ ਪੂਰੀ ਵੋਕੈਬਲਰੀ ਤੁਹਾਨੂੰ ਬਦਲਣੀ ਪਏਗੀ ਜਦੋਂ ਤੁਸੀਂ ਗੁਰਬਾਣੀ ਨੂੰ ਆਪਣੇ ਜੀਵਨ ਵਿੱਚ ਢਾਲਣ ਲੱਗੋਗੇ। ਜੀ, ਤੇ ਉਹੀ ਪਹਿਲੀ ਵਾਲੀ ਗੱਲ ਆ ਗਈ, ਬਦਲਣ ਵਾਲੀ, ਪਰਿਵਰਤਨ ਵਾਲੀ। ਤੇ ਬਦਲਣ ਲਈ ਹੁਣ ਅਸੀਂ ਇਹ ਲੱਭਣਾ, ਜਦੋਂ ਮੈਂ ਬਦਲਣ ਲੱਗਾ ਵਾਂ ਤੇ ਮੈਂ ਵੇਖਾਂ ਤੇ ਸਹੀ ਮੈਂ ਗਲਤ ਕਿੱਥੇ ਕਰ ਰਿਹਾ ਵਾਂ। ਜੀ, ਬੜਾ ਨਿੱਕਾ ਜਿਹਾ ਐਗਜ਼ਾਮਪਲ ਦੇਖੋ ਤੁਸੀਂ। ਮੈਂ ਆਪਣਾ ਲੱਭਿਆ ਕਿ ਤਕਰੀਬਨ ਕੋਈ ਚੀਜ਼ ਘਰਾਂ ਵਿੱਚ ਨਾ ਲੱਭੇ ਤੇ ਕਹਿੰਦੇ ਨੇ ਕਿੱਥੇ ਚਲੀ ਗਈ, ਉਹ ਚਾਬੀ ਕਿੱਥੇ ਚਲੀ ਗਈ, ਉਹ ਫੋਨ ਕਿੱਥੇ ਚਲਾ ਗਿਆ। ਉਹ ਤੇ ਬੇਜਾਨ ਚੀਜ਼ਾਂ ਨੇ, ਉਹ ਤੇ ਜਾਂਦੀਆਂ ਨਹੀਂ ਨੇ। ਜੀ, ਇੱਕ ਵਾਰੀ ਲੱਭ ਕੇ ਦੇਖੀਏ ਕਿਧਰੇ ਮਨ ਨੂੰ ਆਦਤ ਤੇ ਨਹੀਂ ਪੈ ਗਈ ਕਸੂਰ ਨਾ ਮੰਨਣ ਕਰਕੇ ਮੈਂ ਰੱਖ ਕੇ ਭੁੱਲ ਗਿਆ। ਨਹੀਂ ਕਹਿੰਦਾ, ਕੀ ਕਹਿੰਦਾ, ਉਹ ਚਲੀ ਗਈ। ਜੀ, ਬਿਲਕੁਲ। ਇਹ ਹੁਣ ਮਨ ਦੀ ਫਿਤਰਤ ਹੈ ਨਾ, ਮਨ ਨੂੰ ਕਸੂਰ ਮੰਨਣ ਦੀ ਆਦਤ ਨਹੀਂ ਹੈ। ਤੇ ਕੀ ਕਹਿੰਦਾ, ਚਾਬੀ ਚਲੀ ਗਈ, ਫੋਨ ਚਲਾ ਗਿਆ, ਕਾਪੀ ਚਲੀ ਗਈ। ਨਿੱਕਾ ਨਿੱਕਾ ਬੱਚਾ ਕਹਿੰਦਾ ਮੇਰੀ ਹੋਮਵਰਕ ਪੈਨਸਿਲ ਕਿੱਥੇ ਚਲੀ ਗਈ, ਮੇਰਾ ਬੈਗ ਕਿੱਥੇ ਚਲਾ ਗਿਆ। ਇਹ ਤੇ ਅਸੀਂ ਇਸ ਨੂੰ ਅਗਰ ਦੂਜੇ ਪੱਖ ਤੋਂ ਦੇਖੀਏ, ਅਸੀਂ ਇਹ ਦੇਖਨੇ ਕਿ ਅਸੀਂ ਦੂਜਿਆਂ ਦੇ ਅਵਗੁਣ ਵੱਲ ਜਾਂ ਦੂਜਿਆਂ ਦਾ ਦੋਸ਼ ਵੱਲ ਨਜ਼ਰ ਸਾਡੀ ਜ਼ਿਆਦਾ ਪੈਂਦੀ ਹੈ। ਅਸੀਂ ਆਪਣੇ ਅਵਗੁਣ ਤਾਂ ਦੇਖਦੇ ਹੀ ਨਹੀਂ, ਦੇਖ ਹੀ ਨਹੀਂ ਸਕਦੇ। ਤੇ ਗੁਰੂ ਪਾਸ਼ਾ ਇਸ ਇੱਕ ਜਿਹੜਾ ਅਵਗੁਣ ਦੇਖਣਾ ਹੈ ਉਹਨੂੰ ਹੀ ਸਿਰਫ ਗੁਰੂ ਪਾਸ਼ਾ ਨੇ ਕਿਰਪਾ ਕਿਹਾ। ਸਾਨੂੰ ਲੱਗਦਾ ਸੀ ਕਿ ਕਿਰਪਾ ਸ਼ਾਇਦ ਕਿਸੇ ਵੱਖਰੇ ਤੇ ਕਰਦੇ ਨੇ, ਪਰ ਜਿਹੜਾ ਮਨ ਆਪਣੇ ਅਵਗੁਣ ਵੇਖਣਾ ਚਾਹੁੰਦਾ ਹੈ, ਪਸੰਦ ਕਰਦਾ ਹੈ, ਜਿਹਨੂੰ ਸ਼ੌਕ ਲੱਗ ਜਾਂਦਾ ਹੈ, ਬੜੇ ਸ਼ੌਕ ਮਨ ਬਾਲਦਾ ਹੈ, ਪਰ ਜਿਸ ਦਿਨ ਇਹਨੂੰ ਆਪਣੇ ਆਪ ਨੂੰ ਸੁਧਾਰਨ ਦਾ ਸ਼ੌਕ ਲੱਗ, ਅਵਗੁਣ ਵੀ ਕਿਉਂ ਦੇਖਣੇ ਨੇ, ਕੋਈ ਗਿਲਟੀ ਜਾਣਾ ਸੇ ਥੋੜਾ ਨਾ ਵੇਖਣੇ ਨੇ। ਜੀ, ਅਵਗੁਣ ਕੀ ਹੁੰਦਾ ਹੈ, ਕਮੀ ਹੁੰਦੀ ਹੈ। ਤੇ ਜਦ ਤੱਕ ਕਮੀ ਨਾ ਵੇਖੋ ਇਨਸਾਨ ਸੁਧਰ ਹੀ ਨਹੀਂ ਸਕਦਾ। ਤੇ ਜੇ ਮਨ ਕਮੀ ਵੇਖਣਾ ਚਾਹੁੰਦਾ ਹੀ ਨਹੀਂ ਹੈ ਫਿਰ ਸੁਧਰਨ ਦਾ ਚਾਂਸ ਹੀ ਨਹੀਂ ਹੈ। ਤੇ ਫਿਰ ਅਸੀਂ ਜੇਕਰ ਅਸੀਂ ਲਾਵਾਂ ਦੀ ਜਿਹੜੀ ਦੂਜੀ ਲਾਭ ਹੈ ਉਹਦੇ ਜੇਕਰ ਅਸੀਂ ਇੱਕ ਜਿਸਟ ਸਮਝਣਾ ਚਾਹੀਏ, ਇੱਕ ਸਾਹ ਸਮਝਣਾ ਚਾਹੀਏ, ਤਾਂ ਸਾਨੂੰ ਕੀ ਸਮਝ ਆਉਂਦਾ ਹੈ? ਹਾਂ, ਤੇ ਹੁਣ ਅਸੀਂ ਜਦੋਂ ਇਹਨੇ ਮਨ ਅਰਪਿਆ, ਇਹਨੇ ਸੋਚ ਅਰਪੀ ਤੇ ਕੀ ਪ੍ਰਾਪਤ ਹੋਇਆ? ਗੁਰੂ ਦੀ ਹਜ਼ੂਰੀ, ਪਰਮਾਤਮਾ ਦੀ ਹਜ਼ੂਰੀ। ਜਦ ਨਹੀਂ ਅਰਪਿਆ ਸੀ, ਦੂਜੀ ਚੀਜ਼ ਨਾਲ ਹੈ ਨਾ, ਜਦ ਤੱਕ ਮਨ ਦੇਂਦਾ ਨਹੀਂ, ਦੇਣਾ ਕਾਰਨ ਕੀ ਹੈ? ਸੁਧਰਨ ਲਈ ਦੇਣਾ ਹੈ, ਸਵਾਰਨ ਲਈ। ਇਹ ਨਹੀਂ ਹੈ ਕਿ ਮੈਂ ਮਨ ਦੇ ਦਾਂਗਾ ਤੇ ਮੈਂ ਬੇਮਨਾ ਹੋ ਜਾਵਾਂਗਾ ਤੇ ਮੈਂ ਕੰਮ ਕਿਵੇਂ ਕਰਾਂਗਾ। ਜੀ, ਮਨ ਸਿਰਫ ਸੁਧਾਰਨ ਲਈ ਦੇਣਾ ਹੈ, ਕਿਉਂਕਿ ਇੱਕ ਮਾਂ ਦੀ ਵੀ ਫਿਤਰਤ ਹੁੰਦੀ ਹੈ ਕਿ ਉਹ ਬੱਚੇ ਨੂੰ ਹਰ ਵੇਲੇ ਸੁਧਾਰਨਾ ਚਾਹੁੰਦੀ ਹੈ। ਬੱਚਾ ਸਮਝਦਾ ਮਾਂ ਮੈਨੂੰ ਟੋਕ ਰਹੀ ਹੈ, ਪਰ ਅਸਲ ਵਿੱਚ ਮਾਂ ਕੀ ਕਰ ਰਹੀ ਹੁੰਦੀ ਹੈ? ਬੱਚੇ ਨੂੰ ਸੁਧਾਰ ਰਹੀ ਹੁੰਦੀ ਹੈ। ਮਾਲਕ ਨੌਕਰ ਨੂੰ ਕੀ ਕਰ ਰਿਹਾ ਹੁੰਦਾ? ਰੋਜ਼ ਸੁਧਾਰ ਰਿਹਾ ਹੁੰਦਾ। ਕਮੀ ਦਿਖਾਣ ਦਾ ਮਕਸਦ ਹੀ ਇੱਕੋ ਹੁੰਦਾ ਹੈ, ਸੁਧਾਰਨਾ। ਤੇ ਗੁਰਬਾਣੀ ਸਾਨੂੰ ਹਰ ਸ਼ਬਦ ਵਿੱਚ ਦੋਨੋਂ ਚੀਜ਼ਾਂ ਦਿਖਾਉਂਦੀ ਹੈ। ਮੇਰੀਆਂ ਕਮੀਆਂ ਵੀ ਦਿਖਾਉਂਦੀ ਹੈ, ਤੇ ਜੇ ਮੇਰੇ ਕੋਲ ਕਮੀਆਂ ਨਹੀਂ ਹੋਣਗੀਆਂ ਤੇ ਜਿਹੜਾ ਸੁਧਰਿਆ ਹੋਇਆ ਗੁਰੂ ਨਵਾਂ ਮਨ ਦੇਗਾ। ਤਾਂ ਹੀ ਅਸੀਂ ਘਰਾਂ 'ਚ ਕਹਿੰਦੇ ਆ ਨਾ, ਤੁਸੀਂ ਪਹਿਲੇ ਆਪਣਾ ਮਨ ਬਣਾ ਲਵੋ। ਜੀ, ਇਹ ਕੰਮ ਕਰਨਾ ਹੈ ਨਾ, ਮਨ ਬਣਾ ਲਵੋ। ਇਸਦਾ ਮਤਲਬ ਹੈ ਮਨ ਬਣਾਉਣਾ ਪਏਗਾ। ਗੁਰੂ ਪਾਸ਼ਾ ਬਾਣੀ 'ਚ ਵੀ ਕਹਿੰਦੇ ਨੇ, ਗੁਰ ਕੇ ਸ਼ਬਦ ਬਣਾਵੋ ਇਹ ਮਨ। ਗੁਰੂ ਦੇ ਸ਼ਬਦ ਨਾਲ ਜਦੋਂ ਅਸੀਂ ਇੱਕ ਵਾਰੀ ਗੁਰਬਾਣੀ 'ਚ ਆਸਾ ਕੀ ਵਾਰੀ 'ਚ ਪੜ੍ਹਦੇ ਹੈਗੇ ਆ ਕਿ ਕੁੰਭੇ ਬੱਧਾ ਚੱਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਤੇ ਕੀ ਕਹਿ ਰਹੇ ਨੇ ਗੁਰੂ ਪਾਸ਼ਾ? ਬੜਾ ਸੌਖਾ ਜਿਹਾ ਐਗਜ਼ਾਮਪਲ ਦੇ ਕੇ, ਜਿਵੇਂ ਇੱਕ ਨਿੱਕੇ ਬੱਚੇ ਨੂੰ ਸਮਝਾਈਦਾ ਹੈ। ਘੜਾ ਸਾਹਮਣੇ ਰੱਖ ਕੇ, ਘੜਾ ਰੱਖਦੇ ਨੇ, ਦੇਖੋ ਘੜਾ ਕਿਵੇਂ ਬਣਦਾ ਹੈ। ਘੜਾ ਬਣਦਾ ਹੈ, ਉਹ ਮਿੱਟੀ ਨੂੰ ਲੈ, ਪਾਣੀ ਨੂੰ ਲੈ, ਪਾਣੀ ਪਾਏ ਬਿਨਾ ਮਿੱਟੀ ਵਿੱਚ ਘੜਾ ਬਣਨਾ ਨਹੀਂ ਆ। ਤੇ ਜਿਹੜਾ ਘੜਾ ਬਣ ਜਾਏਗਾ ਤੇ ਪਾਣੀ ਵਿੱਚ ਟਿਕਾਣ ਦੇ ਕੰਮ ਆਏਗਾ। ਇਹ ਦੱਸਿਆ ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ। ਜਲ ਦੇ ਬਿਨਾ ਕੁੰਭ ਬਣਦਾ ਨਹੀਂ ਹੈ। ਹੁਣ ਕੀ ਕਹਿੰਦੇ ਨੇ? ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਜੇ ਤੂੰ ਇਸ ਮਨ ਨੂੰ ਬਣਾਉਣਾ ਏ ਤੇ ਪਹਿਲੇ ਗੁਰੂ ਦਾ ਸ਼ਬਦ ਲੈ। ਗੁਰੂ ਦੀ ਮੱਤ ਨਾਲ ਹੀ ਇਹ ਮਨ ਬਣਾਇਆ ਜਾਏਗਾ। ਫਿਰ ਇਸ ਮਨ ਵਿੱਚ ਉਹ ਸੱਚ ਦਾ ਗਿਆਨ ਤੂੰ ਟਿਕਾਣ ਜੋਗਾ ਹੋਏਗਾ। ਹੁਣ ਹਉਮੈ ਵਾਲਾ ਮਨ ਤੇ ਨਾਸ਼ ਹੋ ਗਿਆ ਨਾ। ਹਉਮੈ ਜ਼ੀਰੋ, ਸੁਰਤ ਵਿੱਚੋਂ ਵੀ ਜ਼ੀਰੋ, ਬੋਲਾਂ ਵਿੱਚੋਂ ਵੀ ਜ਼ੀਰੋ, ਕਰਮਾਂ ਵਿੱਚੋਂ ਵੀ ਜ਼ੀਰੋ। ਕੇਵਲ ਤੇ ਕੇਵਲ ਗੁਰੂ ਦੀ ਮੱਤ ਰਹਿ ਗਈ ਤੇ ਉਹਨੂੰ ਕਹਿੰਦੇ ਨੇ ਮਨ ਬਣ ਗਿਆ। ਬਿਲਕੁਲ, ਯਾਨੀ ਅਸੀਂ ਦੂਜੀ ਲਾਭ ਵਿੱਚ, ਅਸੀਂ ਦੂਜੇ ਸਟੇਜ ਵਿੱਚ ਪਹੁੰਚ ਗਏ ਹਾਂ ਆਪਣੇ ਜੀਵਨ ਦੇ ਜਾਂ ਆਪਣੇ ਜੀਵਨ ਦੇ ਮਨੋਰਥ ਨੂੰ ਪਾਉਣ ਦੇ। ਜੀ, ਜੀਵਨ ਦੇ ਮਨੋਰਥ ਨੂੰ, ਜਾਂ ਕਹਿ ਲੋ ਪਰਮਾਤਮਾ ਨਾਲ ਮਿਲਣ ਦਾ ਦੂਜਾ ਕਦਮ, ਪਹਿਲਾ ਕਦਮ। ਪਹਿਲੀ ਲਾਮ ਫੇਰਾ ਲਿਆ ਨਾ, ਪਰਿਕਰਮਾ ਲਈਏ। ਸੋ ਇੱਕ ਸਟੈਪ ਮੈਂ ਅੱਗੇ ਵਧਿਆ, ਮਨ ਦਾ ਸੁਭਾਅ ਬਦਲਿਆ।
ਦੂਜਾ ਸਟੈਪ ਬਦਲਿਆ, ਮਨ ਬਣਾਇਆ ਤੇ ਗੁਰੂ ਦੀ ਹਜ਼ੂਰੀ। ਉਹਦੇ ਵਿੱਚ ਗੁਰੂ ਪਾਤਸ਼ਾਹ ਨੇ 2 ਡਰ ਦੱਸੇ ਨੇ ਦੂਜੀ ਲਾਮ ਵਿੱਚ। ਇੱਕ ਡਰ ਗੈਰ ਹਾਜ਼ਰ ਵਾਲਾ, ਇੱਕ ਹਜ਼ੂਰੀ ਜਿਹਨੂੰ ਅਸੀਂ ਕਹਿੰਦੇ ਹਾਂ ਨਿਰਮਲ ਭੋ। ਨਿਰਮਲ ਭੋ ਦਾ ਕੀ ਮਤਲਬ ਹੋਇਆ? ਜਿਸ ਭੋ ਵਿੱਚ ਡਰ ਨਹੀਂ ਹੈ। ਇੱਕ ਬੱਚਾ ਡਰਦਾ ਹੈ ਜਦੋਂ ਮਾਤਾ ਪਿਤਾ ਕੋਲੋਂ ਛੁਪ ਕੇ ਕੰਮ ਕਰਦਾ ਹੈ, ਤੇ ਇੱਕ ਬੱਚਾ ਹੁੰਦਾ ਹੈ ਜਿਹੜਾ ਮਾਤਾ ਪਿਤਾ ਨੂੰ ਹਾਜ਼ਰ ਸਮਝ ਕੇ, ਮਾਤਾ ਪਿਤਾ ਸਰੀਰਕ ਰੂਪ ਵਿੱਚ ਭਾਵੇਂ ਨਹੀਂ ਹੈਗੇ ਪਰ ਉਹਨਾਂ ਦਾ ਅਦਬ ਕਰਦਿਆਂ ਹੋਇਆ, ਜੋ ਮੇਰੀ ਮੰਮੀ ਨੇ ਕਿਹਾ ਹੈ, ਜੋ ਮੇਰੇ ਪਾਪਾ ਨੇ ਕਿਹਾ ਹੈਗਾ ਏ, ਉਹ ਭਾਵੇਂ ਸਾਹਮਣੇ ਨਹੀਂ ਖੜੇ ਫਿਰ ਵੀ ਮੈਂ ਉਹੀਓ ਕਰਨਾ ਹੈ। ਯਾਨੀ ਉਹ ਅਦਬ ਤੇ ਸਤਕਾਰ ਵਾਲੀ ਗੱਲ ਨੂੰ ਤੁਸੀਂ ਨਿਰਮਲ ਭਾਵ ਕਹਿ ਰਹੇ ਹੋ। ਹਾਂਜੀ, ਗੁਰਬਾਣੀ ਨੇ ਸਾਨੂੰ ਇਹ ਕਿਹਾ ਹੈ, ਪਰਮਾਤਮਾ ਨੂੰ ਹਾਜ਼ਰ ਮੰਨਣਾ। ਪਰਮਾਤਮਾ ਤੇ ਨਿਰਾਕਾਰ ਹੈ ਨਾ ਜੀ, ਤੇ ਹਾਜ਼ਰ ਮੰਨਣਾ ਕੀ ਹੋ ਗਿਆ? ਉਹਦਾ ਅਦਬ ਕਰਨਾ। ਉਹਨੇ ਜੋ ਕਿਹਾ ਹੈਗਾ ਮੈਂ ਉਹੀ ਕਰਨਾ ਹੈ, ਭਾਵੇਂ ਮੈਨੂੰ ਉਹਦਾ ਰੂਪ ਕੋਈ ਦਿਖਾਈ ਨਹੀਂ ਦਿੰਦਾ। ਤੇ ਜੇਕਰ ਅਸੀਂ ਹੁਣ ਤੀਜੀ ਲਾਂ ਦੀ ਗੱਲ ਕਰਨੇ ਹਾਂ ਜੀ, ਉਹਦੇ ਵਿੱਚ ਸਾਨੂੰ ਹੁਣ ਕੀ ਸੇਧ ਦੇ ਰਹੇ ਹਾਂ, ਅਸੀਂ ਕਿਹੜੀ ਮੰਜ਼ਿਲ ਵੱਲ ਅੱਗੇ ਵਧ ਰਹੇ ਹਾਂ? ਹਾਂ, ਹੁਣ ਜਿਉਂ-ਜਿਉਂ ਇਹਨੇ ਹਜ਼ੂਰੀ ਪ੍ਰਾਪਤ ਕੀਤੀ, ਹਜ਼ੂਰੀ ਪ੍ਰਾਪਤ ਕਰੇਗਾ ਤੇ ਅੰਦਰ ਕੀ ਹੋਏਗਾ? ਸਤਿਗੁਰ ਪੁਰਖ ਮਿਲਾਏ ਅਵਗੁਣ ਵਿਕਣਾ ਗੁਣ ਰਮਾ ਬਲਰਾ। ਅਵਗੁਣ ਛੱਡਦਾ ਗਿਆ, ਗੁਣ ਲੈਂਦਾ ਗਿਆ। ਹੁਣ ਜਿਵੇਂ ਜਿਵੇਂ ਇਧਰ ਛੰਤ ਚੱਲ ਰਹੇ ਨੇ ਉਵੇਂ ਉਵੇਂ ਆਪ ਪਿਛਲੇ ਛੰਤ ਦੇਖੋਗੇ। ਦੂਜੇ ਛੰਤ ਵਿੱਚ ਕਹਿੰਦੇ ਨੇ ਸਤ ਸੰਤੋਖ ਭਾਵ ਕਰ ਕੁੜਮ ਕੁੜਮਾਈ ਆਇਆ ਬਲਰਾ। ਕੁੜਮ ਕੌਣ? ਗੁਰੂ ਆ ਗਿਆ। ਕੁੜਮ ਗੁਰੂ ਹੈ। ਪੇਕੇ ਤੋਂ ਸੋਹਰੇ ਲਿਜਾ ਰਹੇ ਨੇ ਧੀ ਨੂੰ ਜੀ। ਤੇ ਪੇਕਾ ਕੀ ਹੁੰਦਾ ਹੈ? ਆਮ ਦੁਨੀਆ ਵਿੱਚ ਪੇਕਾ ਕੀ ਹੁੰਦਾ ਹੈ? ਆਮ ਦੁਨੀਆ ਵਿੱਚ ਪੇਕਾ ਕਹਿੰਦੇ ਨੇ ਪਿਤਾ ਦਾ ਘਰ, ਤੇ ਸੋਹਰਾ ਕਿਹਨੂੰ ਕਹਿੰਦੇ ਨੇ? ਪਤੀ ਦਾ ਘਰ ਜੀ। ਤੇ ਸਾਡੇ ਲਈ ਪੇਕਾ ਘਰ ਕਿਹੜਾ ਹੋ ਗਿਆ? ਸੁਰਤ ਲਈ ਸਾਰੀ ਦੁਨੀਆ ਨਾਲ ਵਰਤਣਾ। ਬਾਹਰ ਵਾਲਿਆਂ ਕਹਿੰਦੇ ਨੇ ਪੇਕਿਆਂ ਨਾਲ ਤੇ ਵਰਤਣਾ ਹੁੰਦਾ ਹੈ, ਸੋਹਰੇ ਵਸਣਾ ਹੁੰਦਾ ਹੈ। ਆਮ ਬੋਲੀ ਜੋ ਸਾਡੀ ਆਮ ਬੋਲੀ ਹੈ, ਪੇਕਿਆਂ ਨਾਲ ਵਰਤਣਾ ਤੇ ਸੋਹਰੇ ਵਸਣਾ। ਤੇ ਵਰਤਣਾ ਕਿਹਦੇ ਨਾਲ ਹੈ? ਸਰੀਰ ਨੂੰ ਵਰਤਣਾ ਹੈ, ਪਰਿਵਾਰ ਨਾਲ ਵਰਤਣਾ ਹੈ, ਦੁਨੀਆ ਨਾਲ ਵਰਤਣਾ ਹੈ, ਸਮਾਜ ਨਾਲ ਵਰਤਣਾ ਹੈ। ਜਦੋਂ ਮੈਂ ਵਰਤ ਰਿਹਾ ਹਾਂ ਗੁਰੂ ਦੀ ਮੱਤ ਨਾਲ ਤੇ ਹਜ਼ੂਰੀ ਵਿੱਚ ਆ, ਤੇ ਪੇਕਾ ਘਰ ਕੀ ਹੋ ਗਿਆ? ਸਾਰੀ ਦੁਨੀਆ। ਤੇ ਸੋਹਰਾ ਘਰ ਕੀ ਹੋ ਗਿਆ? ਅੰਦਰ ਵਸਦਾ ਪਰਮਾਤਮਾ। ਕਿਉਂਕਿ ਵਸਣਾ ਹੈ ਨਾ ਉਹਦੇ ਨਾਲ ਜਾ ਕੇ। ਵਸਣਾ ਮਤਲਬ ਟਿਕਣਾ। ਅੰਦਰ ਤੇਰਾ ਮਨ ਅਡੋਲ ਰਵੇ ਤੇ ਬਾਹਰ ਸਤਿਗੁਰ ਦੀ ਮੱਤ ਨਾਲ ਤੂੰ ਸਾਰਿਆਂ ਨਾਲ ਵਰਤਣ ਦੀ ਜਾਚ ਸਿੱਖ। ਹੁਣ ਜਦੋਂ ਵਰਤੇਗਾ ਤੇ ਗੁਰੂ ਦੀ ਮੱਤ ਨਾਲ ਉਹ ਘੜਾ ਬਣ ਕੇ ਵਰਤੇਗਾ, ਫਿਰ ਕੀ ਬਣ ਜਾਏਗਾ? ਇੱਕ ਭਾਂਡਾ। ਹਰ ਕਿਸੇ ਦੀ ਆਰਾਮ ਨਾਲ ਸੁਣੇਗਾ, ਹਰ ਕਿਸੇ ਦੀ ਗੱਲ ਨੂੰ ਕੱਟੇਗਾ ਨਹੀਂ। ਭਾਵੇਂ ਗਲਤ ਵੀ ਨੇ ਸਾਹਮਣੇ ਵਾਲਾ, ਫੇਰ ਵੀ ਸੁਣ ਕੇ ਸਹਿਜ ਵਿੱਚ ਆਰਾਮ ਨਾਲ ਸਾਂਝ ਪਾਏਗਾ ਜੀ। ਵਾਲ ਆਫ ਰਿਸਪੈਕਟ ਬ੍ਰੇਕ ਨਹੀਂ ਕਰੇਗਾ। ਬਿਲਕੁਲ। ਕਿਸੇ ਦੇ ਨਾਲ ਔਖਾ ਨਹੀਂ ਹੋਏਗਾ, ਬਲੇਮ ਨਹੀਂ ਲਗਾਏਗਾ, ਕ੍ਰਿਟਿਸਾਈਜ਼ ਨਹੀਂ ਕਰੇਗਾ, ਕੰਪਲੇਨ ਨਹੀਂ ਕਰੇਗਾ। ਕੱਲ ਵੀ ਅਸੀਂ ਬਸੰਤ ਦੀ ਗੱਲ ਕਰ ਰਹੇ ਸੀ। ਤਾਂ ਇਹ ਹਿਰਦੇ ਰੂਪੀ ਧਰਤੀ ਵੀ ਮੋਲੇਗੀ ਤੇ ਇਹ ਆਕਾਸ਼ ਵੀ ਮੋਲੇਗਾ ਜੀ। ਬਿਲਕੁਲ। ਸੋਚ ਰੂਪੀ ਆਕਾਸ਼। ਤੇ ਤੀਜੀ ਲਾਮ ਆਪ ਜੀ ਪੁੱਛ ਰਹੇ ਸੀ, ਗੁਰੂ ਪਾਤਸ਼ਾਹ ਤੀਜੀ ਲਾਮ ਵਿੱਚ ਕਹਿੰਦੇ ਨੇ ਹਰ ਤੀਜੜੀ ਲਾਮ ਮਨ ਚਾਓ ਭਿਆ ਬੈਰਾਗੀਆ। ਬੈਰਾਗ ਕੀ ਹੁੰਦਾ ਹੈ? ਜਦੋਂ ਹਜ਼ੂਰੀ ਪ੍ਰਾਪਤ ਹੋ ਗਈ, ਹਜ਼ੂਰੀ ਵਿੱਚ ਫਿਰ ਕੀ ਨਾਲ ਨਾਲ ਮਿਲਦਾ ਹੈ? ਸੁਖ। ਰਿਜ਼ਲਟ ਵੀ ਤੇ ਨਾਲ ਮਿਲ ਰਹੇ ਨੇ ਨਾ। ਇੱਕ ਸੁਖ ਮਿਲਦਾ ਹੈ, ਚੈਨ ਮਿਲਦਾ ਹੈ, ਸ਼ਾਂਤੀ ਮਿਲਦੀ ਹੈ। ਤੇ ਇੱਕ ਜੀਵਨ ਜਿਹੜਾ ਇਹਨੇ ਪਹਿਲੇ ਹੰਡਾਇਆ ਹੈ ਉਹ ਵੀ ਇਹਨੂੰ ਯਾਦ ਹੈ। ਕੁਰਬੁਲਤਾ, ਬੇਚੈਨੀ, ਅਵਗੁਣ, ਹਰ ਵੇਲੇ ਖਿੱਚਿਆ ਰਹਿਣਾ ਜੀ। ਤੇ ਦੋਨੋਂ ਜੀਵਨਾਂ ਵਿੱਚ ਇਹਨੂੰ ਹੁਣ ਫਰਕ ਕਰਨਾ ਯਾਦ ਆ ਗਿਆ। ਇੱਕ ਸੱਚ ਨਾਲ ਜੁੜਿਆ ਹੋਇਆ ਜੀਵਨ, ਇੱਕ ਝੂਠ ਨਾਲ। ਝੂਠ ਕੋਈ ਚੀਜ਼ਾਂ ਨਹੀਂ ਨੇ। ਗੁਰੂ ਪਾਤਸ਼ਾਹ ਨੇ ਸਿਰਫ ਝੂਠ ਕਿਹਨੂੰ ਕਿਹਾ? ਝੂਠੀ ਮਨ ਕੀ ਮਤ ਹੈ ਕਰਨੀ ਵਾਦ ਵਿਵਾਦ। ਇਤਨਾ ਕਲੀਅਰ ਦੱਸਿਆ ਗੁਰੂ ਪਾਤਸ਼ਾਹ ਨੇ। ਝੂਠ ਸਰੀਰ ਨਹੀਂ, ਝੂਠ ਪਰਿਵਾਰ ਨਹੀਂ, ਝੂਠ ਸਮਾਜ ਨਹੀਂ, ਕੁਝ ਝੂਠ ਨਹੀਂ ਹੈ। ਝੂਠ ਦਾ ਮਤਲਬ ਨਾਸ਼ ਹੋਣ ਵਾਲੀ, ਜਿਹੜੀ ਬਦਲ ਜਾਂਦੀ ਹੈ। ਉਹ ਮਨੁੱਖ ਬੜਾ ਝੂਠਾ ਹੈ, ਕਿਉਂ ਹੁਣੇ ਬਦਲ ਜਾਏਗਾ ਜੀ। ਝੂਠੀ ਮਨ ਕੀ ਮਤ ਹੈ, ਕੰਮ ਕੀ ਕਰਦੀ ਹੈ? ਕਰਨੀ ਵਾਦ ਵਿਵਾਦ, ਸਿਰਫ ਬਹਿਸਾਂ ਕਰਦੀ ਹੈ। ਤੇ ਜੇਕਰ ਅਸੀਂ ਜਿਹੜੀ ਆਖਰੀ ਲਾਮ ਹੈ, ਚੌਥੀ ਲਾਮ ਹੈ, ਉਹਦਾ ਜੇਕਰ ਅਸੀਂ ਸਾਰ ਕੁਝ ਸੰਖੇਪ ਰੂਪ ਵਿੱਚ ਜਾਣਨਾ ਚਾਹੀਦਾ ਤਾਂ ਸਾਨੂੰ ਕੀ ਸਮਝ ਆਉਂਦਾ ਹੈ? ਉਹਦੇ ਵਿੱਚ ਗੁਰੂ ਪਾਤਸ਼ਾਹ ਨੇ ਕਿਹਾ ਮਨ ਸਹਿਜ ਪਿਆ। ਇਹ ਸਹਿਜ ਇਹਦੀ ਮੰਜ਼ਿਲ ਸੀ। ਜਦੋਂ ਇਹਨੇ ਮੰਜ਼ਿਲ ਸਾਹਮਣੇ ਰੱਖ ਕੇ ਸੁਭਾਅ ਬਦਲਿਆ,
ਹਜ਼ੂਰੀ ਪ੍ਰਾਪਤ ਕੀਤੀ, ਤੀਜੀ ਲਾਮ ਵਿੱਚ ਇਹਨੂੰ ਸਹਿਜ ਦੀ ਖਿੱਚ ਬਣ ਗਈ। ਬੈਰਾਗ ਦਾ ਮਤਲਬ ਹੁੰਦਾ ਸਿਰਫ ਖਿੱਚ। ਜਿਉਂ-ਜਿਉਂ ਮਨ ਦੇ ਅੰਦਰ ਗੁਣਾ ਦਾ ਵਾਸਾ ਹੁੰਦਾ ਜਾਂਦਾ ਹੈ, ਇਹਦੀ ਮਿਲਨ ਦੀ ਖਿੱਚ ਬਣਦੀ ਰਹਿੰਦੀ ਹੈ। ਹੁਣ ਇਹ ਔਗੁਣਾ ਵਾਲੇ ਰਸਤੇ ਤੇ ਵਾਪਸ ਪਰਤ ਕੇ ਨਹੀਂ ਜਾਂਦਾ। ਜੀ ਬਿਲਕੁਲ। ਆਪ ਜੀ ਹੈਰਾਨ ਹੋਵੋਗੇ ਕਿ ਜਿਵੇਂ ਗ੍ਰਸਤ ਜੀਵਨ ਮੰਨਿਆ ਜਾਂਦਾ ਸੀ ਕਿ ਇੱਕ ਰਾਹ ਚਲਾਇਆ ਜਾਂਦਾ ਸੀ ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਕਿ ਜਾਂ ਤੇ ਗ੍ਰਸਤ ਤਿਆਗੋ ਜਾਂ ਗ੍ਰਸਤ ਭੋਗੋ, ਦੋ ਹੀ ਜੀਵਨ ਚੱਲਦੇ ਪਏ ਸੀ। ਤੇ ਗੁਰੂ ਪਾਤਸ਼ਾਹ ਨੇ ਕਿਹਾ ਭਾਵੇਂ ਗ੍ਰਸਤ ਤਿਆਗੋ ਤੇ ਭਾਵੇਂ ਗ੍ਰਸਤ ਭੋਗੋ, ਦੋਨਾਂ ਜੀਵਨਾਂ ਵਿੱਚ ਮਨ ਵਿਕਾਰੀ ਬਣਿਆ ਰਹਿੰਦਾ ਹੈ। ਇਸ ਕਰਕੇ ਲਾਵਾਂ ਵਿੱਚ ਕੀ ਕਿਹਾ? ਔਗੁਣ ਤਿਆਗੋ ਗੁਣ ਭੋਗੋ, ਨਾ ਗ੍ਰਸਤ ਤਿਆਗੋ ਨਾ ਗ੍ਰਸਤ ਭੋਗੋ, ਔਗੁਣ ਤਿਆਗੋ ਗੁਣ ਭੋਗੋ। ਮੰਜ਼ਿਲ ਕੀ ਮਿਲੇਗੀ? ਸਹਿਜ। ਜਿਸ ਦੀ ਇਸ ਮੰਜ਼ਿਲ ਨਾਲ, ਇਸ ਮਕਸਦ ਨਾਲ, ਮਕਸਦ ਸਾਡਾ ਸਹਿਜ ਜਦ ਤੱਕ ਨਹੀਂ ਬਣੇਗਾ ਤਦ ਤੱਕ ਸਾਨੂੰ ਉਹ ਵਿਸ਼ਰਾਮ ਦਾ ਸੁੱਖ ਪ੍ਰਾਪਤ ਨਹੀਂ ਹੋ ਸਕਦਾ। ਬਿਲਕੁਲ। ਜੇਕਰ ਅਸੀਂ ਪਹਿਲੀ ਲਾਭ ਦੀ ਗੱਲ ਕਰਦੇ ਹਾਂ, ਗੱਲ ਪਰਿਵਰਤਨ ਤੋਂ ਸ਼ੁਰੂ ਹੁੰਦੀ ਹੈ ਕਿ ਸਾਨੂੰ ਸਭ ਤੋਂ ਪਹਿਲਾਂ ਤਾਂ ਆਪਣੇ ਮਨ ਨੂੰ ਬਦਲਣਾ ਪਏਗਾ, ਫਿਰ ਮਨ ਨੂੰ ਮਨਾਉਣਾ ਪਏਗਾ, ਨਿਰਮਲ ਭਾਵ ਪੈਦਾ ਕਰਨਾ ਪਏਗਾ, ਫਿਰ ਸਾਡੇ ਵਿੱਚ ਜਿਹੜਾ ਗੁਣਾ ਦਾ ਵਾਸਾ ਹੋਏਗਾ ਉਸ ਕਰਕੇ ਸਾਡੇ ਮਨ ਵਿੱਚ ਸਹਿਜ ਦੀ ਅਵਸਥਾ ਆ ਜਾਏਗੀ। ਤੇ ਇਹੀ ਸਹਿਜ ਦੀ ਅਵਸਥਾ ਸਾਡੇ ਜਿਹੜੀ ਜੀਵਨ ਦੀ ਮੰਜ਼ਿਲ ਹੁੰਦੀ ਹੈ ਕਿ ਇਸੇ ਮੰਜ਼ਿਲ ਨੂੰ ਪ੍ਰਾਪਤ ਕਰਨ ਵਾਸਤੇ ਹੀ ਸਾਨੂੰ ਇਹ ਮਨੁੱਖੀ ਦੇਹੀ ਮਿਲੀ ਹੈ। ਤੇ ਜੇਕਰ ਅਸੀਂ ਇਹ ਲਾਵਾਂ ਦਾ ਪਾਠ ਕਰਦੇ ਹਾਂ, ਕੀਰਤਨ ਰੂਪ ਵਿੱਚ ਗਾਉਂਦੇ ਹਾਂ, ਜਦ ਵੀ ਆਨੰਦ ਕਾਰਜ ਦੀ ਰਸਮ ਅਦਾ ਕੀਤੀ ਜਾਂਦੀ ਹੈ, ਜਦ ਇਹ ਆਨੰਦ ਕਾਰਜ ਹੁੰਦਾ ਹੈ, ਤਦ ਸਾਨੂੰ ਇਸ ਬਾਣੀ ਦੇ ਅਰਥ ਵੀ ਜਦ ਅਸੀਂ ਪੜ੍ਹਦੇ ਹੋਏ ਸੁਣਦੇ ਹੋਏ ਆਪਣੇ ਮਨ ਵਿੱਚ ਵਸਾਈਏ ਤਾਂ ਸਾਨੂੰ ਇਸ ਬਾਣੀ ਦਾ ਅਸਲ ਅਰਥ ਤੇ ਮਨੋਰਥ ਸਮਝ ਆਏਗਾ। ਤੇ ਇਹ ਵੀ ਹੋ ਸਕਦਾ ਹੈ ਕਿ ਮਨੋਰਥ ਸਮਝ ਆ ਜਾਏ ਤੇ ਜੇਕਰ ਅਸੀਂ ਅਗਲੀ ਵਾਰ ਕਿਸੇ ਦੇ ਲਾਵਾਂ ਫੇਰੇ ਜਦ ਹੋ ਰਹੇ ਹੋਣ, ਆਨੰਦ ਕਾਰਜ ਦੀ ਰਸਮ ਹੋ ਰਹੀ ਹੋਏ, ਅਸੀਂ ਬੈਠੇ ਹੋਈਏ ਤਾਂ ਸਾਨੂੰ ਬਾਣੀ ਪੜ੍ਹਨ ਸੁਣਨ ਦਾ ਹੋਰ ਵੀ ਆਨੰਦ ਆਏ। ਤੇ ਸਾਧ ਸੰਗਤ ਜੀ, ਬਾਣੀ ਦਾ ਆਨੰਦ ਤਾਂ ਅਸਲ ਵਿੱਚ ਇਹੀ ਹੈ ਜਦ ਅਸੀਂ ਉਹਨੂੰ ਪੜ੍ਹਦੇ ਸੁਣਦੇ ਤੇ ਨਾਲ ਸਮਝਦੇ ਵੀ ਹਾਂ। ਤੇ ਸਾਧ ਸੰਗਤ ਜੀ, ਆਓ ਹੁਣ ਅਸੀਂ ਆਪਣੇ ਧਰਮ ਵਿਚਾਰ ਨੂੰ ਇੱਥੇ ਸੰਕੋਚਨੇ ਹਾਂ ਤੇ ਵਕਤ ਹੋ ਚੱਲਿਆ ਤੁਹਾਡੇ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਦੇਣ ਦਾ। ਤੇ ਜਿਹੜਾ ਸਾਡੇ ਕੋਲ ਸਵਾਲ ਆਇਆ ਹੈ ਉਹ ਆਇਆ ਹੈ, ਖਿਨ ਰਮ ਗੁਰਗਮ ਹਰ ਦਮ ਨਹਿ ਜਮ ਹਰ ਕੰਠ ਨਾਨਕ ਉਰ ਹਾਰੀ ਰੇਤੀ ਤੁਕ ਤੋਂ ਕੀ ਭਾਵ ਹੈ? ਇਹ ਦਵਿੰਦਰ ਸਿੰਘ ਜੀ ਨੇ ਕਾਨਪੁਰ ਤੋਂ ਪੁੱਛਿਆ ਹੈ। ਹਾਂਜੀ ਬੱਚੇ, ਦਵਿੰਦਰ ਸਿੰਘ ਜੀ, ਆਪ ਜੀ ਨੇ ਜਿਹੜਾ ਸਵਾਲ ਪੁੱਛਿਆ ਹੈ, ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਤੇ ਇਹਦੇ ਵਿੱਚ ਕਹਿੰਦੇ ਨੇ, ਹਮਾਰੀ ਪਿਆਰੀ ਅੰਮ੍ਰਿਤ ਤਾਰੀ ਗੁਰ ਨਿਮਕ ਨਮਨਤੇ ਟਾਰੀ ਰੇ। ਜਿਵੇਂ ਅਸੀਂ ਉਹਨੇ ਲਾਵਾਂ ਵਿੱਚ ਵੀ ਸਮਝ ਰਹੇ ਹਾਂ ਤੇ ਕੀ ਇਹ ਜਿਵੇਂ ਸਮਝਦੇ ਜਾ ਰਹੇ ਹਾਂ ਕਿ ਇਹ ਜਿਹੜਾ ਆਨੰਦ ਕਾਰਜ ਜਾਂ ਆਨੰਦ ਦੀ ਰੀਤ ਹੈ, ਇਹ ਬਚਪਨ ਤੋਂ ਹੀ ਬੱਚਿਆਂ ਨੂੰ ਤਿਆਰ ਕਰਨਾ ਚਾਹੇ। ਤੇ ਜਦੋਂ ਬਚਪਨ ਤੋਂ ਨਿਰੰਤਰ ਇਹ ਵਾਲਾ ਜੀਵਨ ਜੀਵਾਂਗੇ ਤੇ ਫਿਰ ਸਾਡੇ ਜੀਵਨ ਕੈਸਾ ਬਣ ਜਾਏਗਾ? ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਉਹ ਅੰਮ੍ਰਿਤ ਦੀ ਧਾਰ, ਉਹ ਸੱਚ ਸੋਚ ਮੰਡਲ ਵਿੱਚੋਂ ਜਿਹੜੇ ਖਿਆਲ ਪੈਦਾ ਹੋਣਗੇ ਉਹ ਹਮੇਸ਼ਾ ਇਸ ਮਨ ਨੂੰ ਆਤਮਿਕ ਜੀਵਨ ਦੇਣ ਵਾਲੇ ਪੈਦਾ ਹੋਣਗੇ। ਇਸ ਮਨ ਨੂੰ ਵਿਕਾਰਾਂ ਦੀ ਮੌਤ ਮਰਨ ਨਹੀਂ ਦੇਣਗੇ। ਖਿਨ ਰਮ, ਇਹਨਾਂ ਨੂੰ ਖਿਨ ਪਲ ਵੀ ਜਦੋਂ ਮਨ ਨੇ ਰਮਿਆ ਤੇ ਕੀ ਪ੍ਰਾਪਤ ਹੋਇਆ? ਗੁਰ ਗਮ, ਗੁਰੂ ਨਾਲ ਗਮਤਾ, ਗੁਰੂ ਨਾਲ ਜੁੜਿਆ। ਫਿਰ ਕੀ ਹੋਇਆ ਜੀ? ਨਹਿ ਜਮ, ਤਾਂ ਵਿਕਾਰਾਂ ਰੂਪੀ ਜਮ ਪਾਉਂਦੇ ਨਹੀਂ ਤੇ ਗੁਰੂ ਦੇ ਕੰਠ ਨਾਲ ਹਮੇਸ਼ਾ ਜੁੜੇ ਰਹਿੰਦੇ ਆ। ਸੋ ਗੁਰੂ ਪਾਤਸ਼ਾਹ ਬਾਣੀ ਰਾਹੀਂ ਸਾਨੂੰ ਹਮੇਸ਼ਾ ਇਹ ਸੁਨੇਹਾ ਦਿੰਦੇ ਨੇ ਕਿਵੇਂ ਅਸੀਂ ਸਤਿਗੁਰ ਦਾ ਉਪਦੇਸ਼ ਸੁਣ ਕੇ ਤੇ ਗੁਣਾ ਨਾਲ ਗੰਭਤਾ ਪ੍ਰਾਪਤ ਕਰੀਏ, ਗੁਣਾ ਨਾਲ ਨੇੜਤਾ ਪ੍ਰਾਪਤ ਕਰੀਏ ਤਾਂ ਕਿ ਔਗੁਣਾ ਤੋਂ ਦੂਰੀ ਬਣ ਜਾਏ। ਜੀ ਬਿਲਕੁਲ, ਅਸੀਂ ਆਸ ਕਰਦੇ ਹਾਂ ਕਿ ਤੁਹਾਡੇ ਪੁੱਛੇ ਗਏ ਸਵਾਲ ਦਾ ਜਿਹੜਾ ਜਵਾਬ ਤੁਹਾਨੂੰ ਮਿਲਿਆ ਹੈ ਉਹਦੇ ਨਾਲ ਤੁਹਾਨੂੰ ਜ਼ਰੂਰ ਸੰਤੁਸ਼ਟੀ ਹੋਈ ਹੋਏਗੀ। ਅਸੀਂ ਹਮੇਸ਼ਾ ਇੰਤਜ਼ਾਰ ਵਿੱਚ ਰਹਿੰਦੇ ਹਾਂ ਕਿ ਤੁਸੀਂ ਆਪਣੇ ਸੁਝਾਅ, ਸਵਾਲ ਤੇ ਵਿਚਾਰ ਸਾਨੂੰ ਈਮੇਲ